ਪ੍ਰੋਫੈਸਰ ਪੂਰਨ ਸਿੰਘ ਦੀ ਪੁਸਤਕ 9 ਲੱਖਾ ਹਾਰ ਤੇ ਹੋਰ ਕਹਾਣੀਆਂ ਦੀ ਕਹਾਣੀ ਹੈ ਮਰਮਰੀ ਬਾਵਾ। ਬਸੰਤ ਰੁੱਤ ਦੀਆਂ ਸ਼ਾਮਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦਾ ਚੌਗਿਰਦਾ ਤੇ ਰੰਗ ਢੰਗ ਬਹੁਤ ਹੀ ਸੁਹਾਵਣਾ ਹੁੰਦਾ ਹੈ। ਅਸਮਾਨ ਨੀਲੇ ਤੇ ਸੂਹੇ ਲਾਲ ਰੰਗ ਦੀ ਭਾ ਮਾਰਦਾ ਹੈ। ਇਹ ਰੰਗ ਹਰਿਮੰਦਰ ਦੇ ਸੁਨਹਿਰੀ ਕਲਸ ਤੇ ਪੈ ਕੇ ਸਰੋਵਰ ਦੇ ਨੀਲੇ ਪਾਣੀਆਂ ਵਿੱਚ ਸੁਨਹਿਰੀ ਲੜੀਆਂ ਵਾਂਗ ਝਰਦੇ ਹਨ, ਜਿਵੇਂ ਕਿ ਨਵ ਵਿਆਹੀਆਂ ਦੇ ਘੁੰਡ ਹੋਣ। ਲੋਕਾਂ ਦੇ ਹੱਥਾਂ ਤੇ ਗਲਾਂ 'ਚ ਗੇਂਦੇ ਦੇ ਤੇ ਗੁਲਾਬ ਦੇ ਫੁੱਲਾਂ ਦੇ ਹਾਰ ਲਹਿਰਦੇ ਹਨ। ਉਪਾਸ਼ਕਾਂ ਦੀ ਭੀੜ ਲੱਗੀ ਰਹਿੰਦੀ ਹੈ। ਧੱਕਮ ਧੱਕੇ 'ਚ ਆਦਮੀਆਂ ਤੇ ਔਰਤਾਂ ਦੇ ਰੰਗ ਬਰੰਗੇ ਕੱਪੜੇ ਸਰਸਰਾਉਂਦੇ ਹਨ। ਸ਼ਰਧਾਲੂ ਔਰਤਾਂ ਦੇ ਸਿਲਕ ਦੇ ਚੋਲੇ ਬਹੁਤ ਭੜਕੀਲੇ ਹੁੰਦੇ ਹਨ। ਕਈਆਂ ਦੇ ਤਾਂ ਉਹਨਾਂ ਦੀ ਸ਼ਕਲ ਸੂਰਤ ਤੇ ਰੰਗ ਰੂਪ ਤੋਂ ਵੀ ਸੋਹਣੇ ਹੁੰਦੇ ਹਨ। ਉਹ ਸ਼ਾਮ ਦੇ ਰੰਗਾਂ ਦੀ ਤਰ੍ਹਾਂ ਚਮਕਦੇ ਇਸ ਮਹਾਨ ਸਥਾਨ ਦੇ ਸੰਗਮਰਮਰ ਦੇ ਫਰਸ਼ ਨਾਲ ਕਸਰਦੇ ਜਾਂਦੇ ਹਨ। ਉਸ ਸ਼ਾਮ ਆਦਮੀਆਂ ਦੀਆਂ ਪਗੜੀਆਂ ਵੀ ਕਈ ਰੰਗਾਂ ਦੀਆਂ ਸਨ, ਮੋਤੀਆ ਰੰਗ ਦੀਆਂ, ਕਾਸ਼ਨੀ, ਅਸਮਾਨੀ, ਪੀਲੀਆਂ ਤੇ ਸੰਗਤਰੀ। ਇਹ ਤਰਕਾਲਾਂ ਦੇ ਸੁਨਹਿਰੀ ਪਰਛਾਵਿਆਂ ਨੂੰ ਅਜਿਹਾ ਭਰਪੂਰ ਰੰਗ ਪ੍ਰਦਾਨ ਕਰ ਰਹੀਆਂ ਸਨ ਜੋ ਪੂਰਬ ਵਿੱਚ ਕਿਸੇ ਹੋਰ ਥਾਂ ਨਹੀਂ ਮਿਲ ਸਕਦਾ। ਇਹ ਗੁਰਦੁਆਰਾ ਸੰਨਿਆਸੀਆਂ, ਯੋਗੀਆਂ ਜਾਂ ਸੰਕੀਰਨ ਬੁੱਧੀ ਵਾਲਿਆਂ ਦਾ ਨਹੀਂ, ਇਹ ਉਸ ਪੈਗੰਬਰ ਦਾ ਦਰ ਹੈ ਜਿਸ ਪਰਮਾਤਮਾ ਨੂੰ ਸੁੰਦਰਤਾ ਦੇ ਪੁੰਜ ਵਜੋਂ ਪਿਆਰਿਆ। ਇੰਨਾ ਪਿਆਰ ਕੀਤਾ ਕਿ ਉਹਨੂੰ ਹੋਰ ਕਿਤੋਂ ਵੀ ਕਿਸੇ ਵੀ ਸਮੇਂ ਤੇ ਕਿਸੇ ਵੀ ਚੀਜ਼ ਵਿੱਚ ਕੋਈ ਖੁਸ਼ੀ ਨਹੀਂ ਸੀ ਪ੍ਰਾਪਤ ਹੋਈ ਸਿਵਾਏ ਪ੍ਰਭੂ ਦਰਸ਼ਨ ਵਿੱਚੋਂ, ਉਹਦੇ ਨਾਮ ਵਿੱਚੋਂ, ਉਹਦੇ ਸਿਮਰਨ ਤੇ ਉਹਦੀ ਸਿਫਤ ਸਲਾਹ ਵਿੱਚੋਂ। ਇੱਥੇ ਕਈ ਵਾਰੀ ਧਰਮ ਦਾ ਅਰਥ ਬਸ ਚੰਗੇ ਕੱਪੜੇ ਪਾਉਣਾ ਹੀ ਹੁੰਦਾ ਹੈ। ਉਹ ਕੱਪੜੇ ਜਿਨ੍ਹਾਂ ਦੇ ਰੰਗ ਮੰਦਰ ਦੀਆਂ ਸ਼ਾਮਾਂ ਨਾਲ ਮੇਲ ਖਾਂਦੇ ਹੋਣ। ਕਈ ਵਾਰ ਇਹਦਾ ਅਰਥ ਅਥਰੂ ਭਿੱਜੇ ਨੈਣ ਤੇ ਸਰੋਵਰ ਦੇ ਨੀਲੇ ਪਾਣੀਆਂ ਵਿੱਚੋਂ ਛੁਪਦੇ ਸੂਰਜ ਦੀਆਂ ਕਿਰਮਚੀ ਕਿਰਨਾਂ ਧੋਤੇ ਚਿਹਰੇ ਹੁੰਦਾ ਹੈ। ਧਰਮ ਦਾ ਅਰਥ ਮੁਸਕਰਾਹਟਾਂ ਵੰਡਦੇ ਤੇ ਅਗੰਮੀ ਜੋਤ ਨੂੰ ਲੱਭਦੀਆਂ ਨਜ਼ਰਾਂ ਵਾਲੇ ਲੋਕਾਂ ਨਾਲ ਮੇਲ ਗੇਲ ਕਰਨਾ ਵੀ ਹੁੰਦਾ ਹੈ। ਮਨੁੱਖਤਾ ਦਾ ਇਹ ਮੇਲ ਇਸ ਤਰ੍ਹਾਂ ਜਾਪਦਾ ਜਿਵੇਂ ਦੇਵਤੇ ਮਨੁੱਖੀ ਬਾਣੇ ਵਿੱਚ ਮੰਦਰ ਵਿਖੇ ਹਰ ਰੋਜ਼ ਲੱਗਦੇ ਮੇਲੇ 'ਚ ਆਉਂਦੇ ਹੋਣ। ਅਸਲ 'ਚ ਅਰਦਾਸ ਵਿੱਚ ਜੀਵਨ ਦਾ ਇੱਕ ਸਦੀਵੀ ਰੰਗ ਹੈ, ਖੁਸ਼ੀ ਹੈ, ਸੁਹੱਪਣ ਹੈ। ਉਸ ਮਹਾਨ ਕਲਾਕਾਰ ਨੇ, ਸਿਰਜਕ ਨੇ ਹਰਿਮੰਦਰ ਸਾਹਿਬ ਨੂੰ ਇੱਕ ਵੱਡੇ ਸਾਰੇ ਦਿਲ ਦੀ ਸ਼ਕਲ ਦਿੱਤੀ ਹੈ, ਜਿੱਥੇ ਮਨੁੱਖ ਬੱਚਿਆਂ ਦੀ ਤਰ੍ਹਾਂ ਇਕੱਠੇ ਹੁੰਦੇ ਹਨ। ਸੁਨਹਿਰੀ ਕਲਸ ਵਿੱਚ ਇੱਕ ਖਿੜਕੀ ਹੈ ਜਿੱਥੇ ਬੈਠ ਕੇ ਗੁਰੂ ਸਾਹਿਬ ਅਜੇ ਵੀ ਇਸ ਸੁੰਦਰਤਾ ਦਾ ਨਜ਼ਾਰਾ ਦੇਖਦੇ ਹਨ ਤੇ ਆਪਣੀ ਇਸ ਬੇਨਾਮ ਰਚਨਾ ਦੀ ਪੂਰਤੀ ਨੂੰ ਵੇਖ ਕੇ ਖੁਸ਼ ਹੁੰਦੇ ਹਨ। ਸਵੇਰ ਤੇ ਸ਼ਾਮ ਦੇ ਰੰਗਾਂ 'ਚ ਰੰਗੀ ਇਸ ਉਪਾਸ਼ਕਾਂ ਦੀ ਭੀੜ ਨੂੰ ਹਰਿਮੰਦਰ ਤੋਂ ਕੋਈ ਨਹੀਂ ਨਿਖੇੜ ਸਕਦਾ। ਇਹਦਾ ਕਾਰਨ ਇਹ ਕਿ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਚੌਗਿਰਦੇ ਸਰੋਵਰ ਦੀ ਪਰਿਕਰਮਾ ਵਿੱਚ ਲੱਖਾਂ ਯਾਤਰੀਆਂ ਨੂੰ ਇੱਕ ਅਮੁੱਕ ਸਫ਼ਰ ਤੇ ਜਾਂਦਿਆਂ ਚਿਤਰਿਆ ਹੋਇਆ ਹੈ। ਇਸ ਸੰਸਾਰ ਦੇ ਲੋਕ ਵੱਖ-ਵੱਖ ਧਰਮ ਸਥਾਨਾਂ 'ਚ ਲੱਖ ਖੁਸ਼ੀਆਂ ਮਨਾਉਂਦੇ ਹੋਣਗੇ। ਮੰਦਰ ਤੇ ਗੁਰਦੁਆਰੇ ਹੋਰ ਵੀ ਬਹੁਤ ਹੋਣਗੇ, ਛੋਟੇ ਤੇ ਵੱਡੇ, ਵੱਖ-ਵੱਖ ਧਾਰਨਾਵਾਂ ਦੇ, ਪਰ ਅੰਮ੍ਰਿਤਸਰ ਦਾ ਹਰਿਮੰਦਰ ਅਦੁੱਤੀ ਹੈ। ਇਹ ਮਹਿਜ਼ ਇੱਕ ਇਮਾਰਤ ਨਹੀਂ, ਇਹ ਜੀਵਨ ਹੈ ਜੋ ਪਾਸ਼ਨਾ ਦੇ ਬੇਅੰਤ ਜਲਾਅ ਵਿੱਚ ਆਪੇ ਦੀ ਖਿੱਚ ਨਾਲ ਹੀ ਆਪਣੇ ਆਪ ਦੇ ਗਿਰਦ ਨਿਰੰਤਰ ਚੱਲ ਰਿਹਾ ਹੈ। ਇੱਕ ਮਹਾਨ ਆਤਮਾ ਹੈ ਜੋ ਨੀਲੇ ਪਾਣੀਆਂ ਵਿੱਚੋਂ ਇੱਕ ਸੁਨਹਿਰੀ ਕਮਲ ਦੀ ਤਰ੍ਹਾਂ ਉਗਮਦੀ ਹੈ। ਇਹਦੀ ਸੁਗੰਧੀ ਤੇ ਸੰਗਤਾਂ ਇਸ ਤਰ੍ਹਾਂ ਆਉਂਦੀਆਂ ਹਨ ਜਿਵੇਂ ਸ਼ਹਿਦ ਦੀਆਂ ਮੱਖੀਆਂ ਫੁੱਲ ਉਦਾਲੇ ਮਧੁਰ ਸੰਗੀਤ ਅਲਾਪਦੀਆਂ ਹੋਣ। ਇਸ 'ਚ ਕੋਈ ਹੈਰਾਨੀ ਨਹੀਂ ਕਿ ਇੱਕ ਬਹੁਤ ਹੀ ਮਹਾਨ ਸਥਾਨ ਹੈ ਜਿੱਥੇ 4 ਜਾਂ ਇਸ ਤੋਂ ਵੱਧ ਸਦੀਆਂ ਤੋਂ ਕਈ ਜੀਵਨ ਸਮਰੇ ਹਨ, ਉਤਸ਼ਾਹਤ ਹੋਏ ਹਨ ਤੇ ਪਰਿਪੂਰਨ ਹੋਏ ਹਨ। ਅਜਿਹੀ ਇੱਕ ਸ਼ਾਮ ਜਦੋਂ ਰੌਸ਼ਨੀ ਦੇ ਪਰਛਾਵਿਆਂ ਦੇ ਖੰਭ ਅੰਮ੍ਰਿਤ ਦੇ ਸਰੋਵਰ ਦੀ ਸਤ੍ਹਾ ਤੇ ਫੜਫੜਾ ਰਹੇ ਸਨ, ਇੱਕ ਨੌਜਵਾਨ ਆਦਮੀ ਅਛੁਪਲੇ ਜਿਹੇ ਗੁਰਦੁਆਰੇ ਦੀ ਹੱਦ ਅੰਦਰ ਦਾਖਲ ਹੋਇਆ ਤੇ ਲੋਕਾਂ ਦੀ ਭੀੜ 'ਚ ਗੁੰਮ ਹੋ ਗਿਆ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿ ਸੰਗਮਰਮਰ ਦੇ ਬੁੱਤ ਵਿੱਚ ਅਚਾਨਕ ਰੂਹ ਫੂਕ ਦਿੱਤੀ ਗਈ ਹੋਵੇ ਤੇ ਉਹ ਇਸ ਗੁਰਦੁਆਰੇ 'ਚ ਪਹਿਲੀ ਵਾਰੀ ਆਇਆ ਹੋਵੇ। ਉਹ ਬਰਫ਼ ਦੇ ਗੋੜੇ ਵਾਂਗ ਗੋਰਾ ਸੀ, ਇੱਕ ਤਾਜ਼ਾ ਖਿੜੇ ਗੁਲਾਬ ਦੀ ਤਰ੍ਹਾਂ ਉਸ ਵਿੱਚ ਇਲਾਹੀ ਖੂਨ ਦੀ ਚਮਕ ਸੀ। ਉਹਦੀਆਂ ਅੱਖਾਂ ਕਾਲੀਆਂ ਚਿਮਣੀਆਂ ਹੇਠ ਲੁਕੀਆਂ ਹੋਈਆਂ ਸਨ ਤੇ ਆਪਣੇ ਆਪ 'ਚ ਮਗਨ ਸਨ।
ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿਸੇ ਬੁੱਤ ਤਰਾਸ਼ ਨੇ ਕਿਸੇ ਬੁੱਤ ਦੀਆਂ ਅੱਖਾਂ ਅਤ ਮੀਟੀਆਂ ਹੀ ਘੜੀਆਂ ਹੋਣ ਤੇ ਉਹ ਹੋਰ ਖੁੱਲ੍ਹ ਹੀ ਨਾ ਸਕਦੀਆਂ ਹੋਣ। ਪਰ ਜੇ ਕੋਈ ਇਹਨਾਂ ਨੂੰ ਨੀਝ ਨਾਲ ਵੇਖੇ ਤਾਂ ਇਹ ਸੁਪਨਿਆਂ ਨਾਲ ਭਰੀਆਂ ਜਾਪਦੀਆਂ ਸਨ ਤੇ ਕਦੇ-ਕਦੇ ਆਪਣੀ ਹੀ ਸੁੰਦਰਤਾ ਦੀ ਮਿੱਠੀ ਕਲਪਨਾ ਵਿੱਚੋਂ ਉੱਪਰ ਉੱਠਦੀਆਂ ਸਨ। ਕਿਉਂਕਿ ਇਹ ਅੱਧ ਖੁੱਲੀਆਂ ਹੀ ਘਾਤਕ ਸਨ, ਇਸ ਲਈ ਪੂਰੀਆਂ ਨਹੀਂ ਸਨ ਖੁੱਲ੍ਹਦੀਆਂ, ਤੇ ਜੇ ਕਿਤੇ ਪੂਰੀਆਂ ਖੁੱਲ੍ਹ ਜਾਂਦੀਆਂ ਤਾਂ ਸੰਭਵ ਸੀ ਕਿ ਪਾਣੀਆਂ ਤੇ ਹਵਾਵਾਂ ਨੂੰ ਅੱਗ ਲੱਗ ਜਾਂਦੀ। ਉਸ ਸੁੰਦਰਤਾ ਨੂੰ ਛੁਪਾ ਕੇ ਰੱਖਣਾ ਹੀ ਠੀਕ ਹੈ ਜੋ ਦਿਲਾਂ ਵਿੱਚ ਭਾਂਬੜ ਬਾਲ ਦੇਵੇ। ਉਸ ਨੌਜਵਾਨ ਦੇ ਅੰਗ ਗੋਰੇ ਨਿਛੋਹ ਸਨ, ਪਰ ਸਾਰੇ ਸਰੀਰ ਤੇ ਵਿਭੂਤੀ ਮਲੀ ਹੋਈ ਸੀ। ਇਸ ਤੇ ਲੀਰਾਂ ਕਚੀਰਾਂ ਦਾ ਉੱਧੜ ਗੁੱਧੜ ਸੀਤਾ ਹੋਇਆ ਚੋਗਾ ਪਾਇਆ ਹੋਇਆ ਸੀ। ਚੋਗੇ ਦੇ ਚੀਥੜੇ ਰੰਗ ਬਰੰਗੇ ਸਨ, ਨੀਲੇ, ਹਲਕੇ ਗੁਲਾਬੀ, ਲਾਲ, ਪੀਲੇ, ਸੰਗਤਰੀ, ਹਲਕੇ ਬਦਾਮੀ, ਮੋਤੀਆ, ਹਲਕੇ ਕਾਸ਼ਨੀ, ਹਲਕੇ ਲਾਲ। ਪਰ ਉਹਦੇ ਸਰੀਰ ਦਾ ਸਮੁੱਚਾ ਉੱਡਣ ਹਰਮੰਦਰ ਦੀ ਸ਼ਾਮ ਦੇ ਰੰਗਾਂ ਨਾਲ ਮੇਲ ਖਾਂਦਾ ਸੀ। ਪੂਰਬ ਦੇ ਲੋਕ ਜਵਾਰਾਂ ਨੂੰ ਗੋਦੜੀਆਂ 'ਚ ਰੱਖਦੇ ਹਨ। ਉਹਨੇ ਵੀ ਆਪਣੀ ਜਵਾਨੀ ਦੀ ਸੁੰਦਰਤਾ ਤੇ ਕੀਮਤੀ ਮੋਤੀਆਂ ਤੇ ਉਹਨਾਂ ਦੀਆਂ ਰਿਸ਼ਮਾਂ ਨੂੰ ਤਿਆਗ ਦੀ ਰਾਖ ਵਿੱਚ ਦੱਬ ਦਿੱਤਾ ਸੀ। ਇਸ ਦੁਨੀਆ ਦਾ ਹਰ ਉਹ ਸੁੰਦਰ ਚਿਹਰਾ ਉਹਨੂੰ ਉਦਾਸ ਕਰਦਾ ਸੀ ਜਿਸ ਤੇ ਇਸ ਤਰ੍ਹਾਂ ਦਾ ਖੇੜਾ ਨਹੀਂ ਸੀ ਹੁੰਦਾ। ਉਹ ਬਿਨਾਂ ਕਿਸੇ ਓਲੇ ਤੋਂ ਅੱਗ ਦੀ ਲਾਟ ਸੀ, ਜਿਸ ਤੇ ਮੱਚ ਕੇ ਖਤਮ ਹੋਣ ਤੋਂ ਬਚਣ ਲਈ ਉਸ ਆਪਣੇ ਮਹਾਨ ਹਿੰਦੂ ਪੂਰਵਜਾਂ ਤੋਂ ਸਿੱਖਿਆ ਸੀ ਕਿ ਸੁੰਦਰਤਾ ਦੀਆਂ ਰਿਸ਼ਮਾਂ ਨੂੰ ਸੁਆਹ ਨਾਲ ਢਕਣਾ ਵਧੇਰੇ ਕਲਾਮਈ ਹੈ। ਉਸ ਦੇ ਪਾਟੇ ਪੁਰਾਣੇ ਚੋਲੇ ਦੇ ਰੰਗ ਉਹਦੀ ਆਤਮਾ ਦੀ ਆਪ ਨਾਲ ਝਿਲ ਮਿਲਾਉਂਦੇ ਸਨ। ਉਹ ਇੱਕ ਅਸੰਭਵ ਜਿਹੀ ਗੱਲ ਕਰਨ ਦਾ ਯਤਨ ਕਰ ਰਿਹਾ ਸੀ। ਹਰਮੰਦਰ ਦੀ ਪਰਿਕਰਮਾ ਵਿੱਚ ਉਸ ਨੂੰ ਬਹੁਤ ਥੋੜੇ ਦਰਸ਼ਕਾਂ ਤੇ ਸ਼ਰਧਾਲੂਆਂ ਨੇ ਦੇਖਿਆ ਸੀ। ਉਹ ਗੁਰੂ ਦੀ ਮਹਾਨ ਤੇ ਸ਼ਾਨਦਾਰ ਯਾਦਗਾਰ ਦੇ ਗਿਰਦ ਮੂਕ ਸ਼ਰਧਾ 'ਚ ਡੁੱਬਿਆ ਘੁੰਮ ਰਿਹਾ ਸੀ। ਅਣਜਾਣੇ ਹੀ ਉਹਦੀਆਂ ਬੰਦ ਅੱਖਾਂ ਪੂਰੀਆਂ ਖੁੱਲੀਆਂ, ਨੀਲੇ ਪਾਣੀਆਂ 'ਚ ਉਗਮਦੇ ਸਮੁੰਦਰ ਦੇ ਸੁਨਹਿਰੀ ਕਲਸ ਤੇ ਪਈਆਂ ਤੇ ਬੰਦ ਹੋ ਗਈਆਂ, ਜਿਵੇਂ ਜੀਵਨ ਦੀ ਚਿੰਗਾਰੀ ਲੈਣ ਲਈ ਹੀ ਖੁੱਲੀਆਂ ਸਨ ਤੇ ਉਹ ਹੁਣ ਮਿਲ ਗਈ ਸੀ। ਪਰ ਖੁਸ਼ੀਆਂ ਦੇ ਸ਼ਾਂਤ ਭੋਜ ਵਿੱਚ ਅੱਖਾਂ ਇਕੱਲੀਆਂ ਨਹੀਂ ਸਨ। ਉਸ ਅਨੋਖੇ ਨੌਜਵਾਨ ਦੀਆਂ ਲੱਤਾਂ, ਪੈਰ, ਬਾਹਾਂ, ਮੋਢੇ ਤੇ ਸਾਰਾ ਸਰੀਰ ਹੀ ਸੰਗਮਰਮਰ ਦੇ ਫਰਸ਼ ਤੇ ਗੁਰੂ ਦੇ ਦੁਆਰੇ ਚੁਫਾਲ ਡਿੱਗ ਪਿਆ ਤੇ ਉਹ ਖੁਸ਼ੀ 'ਚ ਸੁੱਧ ਗੁਆ ਬੈਠਾ। ਉਹਨੇ ਗੁਰੂ ਨੂੰ ਨਹੀਂ ਸੀ ਦੇਖਿਆ, ਪਰ ਉਹਦੀ ਆਤਮਾ ਨੇ ਦੇਖ ਲਿਆ ਸੀ। ਗੁਰੂ ਉਸ ਨੌਜਵਾਨ ਦੇ ਚੀਥੜਿਆਂ ਨਾਲ ਕੱਜੇ ਸਰੀਰ ਦੇ ਹਰ ਰੋਮ ਤੇ ਜੀਵਨ ਦੀ ਛੈਬਰ ਲਾ ਰਿਹਾ ਸੀ। ਉੱਥੇ ਪਿਆ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਵਿੱਚੋਂ ਖੁਸ਼ੀ ਦੀਆਂ ਨਦੀਆਂ ਵਗ ਪਈਆਂ ਹੋਣ ਤੇ ਉਹਨਾਂ ਦੀ ਛੱਬ ਦੇ ਹੜ ਨੇ ਹਰਮੰਦਰ ਨੂੰ ਵਗੜ ਲਿਆ ਹੋਵੇ। ਜਿਵੇਂ ਕੋਈ ਆਦਮੀ ਖੁਸ਼ੀ ਜਾਂ ਗਮੀ ਦੇ ਅਥਰੂਆਂ ਵਿੱਚ ਨਹਾਤਾ ਆਪਣੀਆਂ ਅੱਖਾਂ ਵਿੱਚ ਬਿਲਕੁਲ ਨਵੀਂ ਅਸਚਰਜਤਾ ਲੈ ਕੇ ਉੱਠਦਾ ਹੈ, ਇਸੇ ਤਰ੍ਹਾਂ ਹੀ ਉੱਠਿਆ ਤੇ ਸੰਗਮਰਮਰ ਦੇ ਉਸ ਪੁਲ ਦੇ ਬੈਠ ਗਿਆ ਜੋ ਪਾਣੀ ਦੇ ਉੱਪਰ ਦੀ ਗੁਰੂ ਦੇ ਦੁਆਰੇ ਤੱਕ ਜਾਂਦਾ ਹੈ। ਜਿਵੇਂ ਭਾਈ ਵੀਰ ਸਿੰਘ ਜੀ ਕਾਵਮਈ ਢੰਗ ਨਾਲ ਦਰਸਾਉਂਦੇ ਹਨ, ਇਹ ਪੁਲ ਇੰਨਾ ਸਫੈਦ ਤੇ ਸਜੀਵ ਜਾਪਦਾ ਹੈ ਜਿਵੇਂ ਕੋਈ ਹੰਸ ਮਨੁੱਖ ਤੇ ਪਰਮਾਤਮਾ ਨੂੰ ਨਖੇੜਨ ਵਾਲੇ ਖਿਆਲੀ ਸਮੁੰਦਰ ਦੇ ਇੱਕ ਪਾਸੇ ਖੜਾ ਦੂਰ ਆਕਾਸ਼ਾਂ ਵਿੱਚ ਆਪਣੇ ਗੁਰੂ ਦੇ ਦਰਸ਼ਨ ਦਾ ਆਨੰਦ ਮਾਣ ਰਿਹਾ ਹੋਵੇ। ਤੇ ਇਸ ਤਰ੍ਹਾਂ ਉਹਨੇ ਆਪਣੀ ਲੰਮੀ ਧੌਣ ਨਾਲ ਮਨੁੱਖ ਤੇ ਪਰਮਾਤਮਾ ਦੇ ਵਿਚਾਲੇ ਇੱਕ ਪੁਲ ਉਸਾਰ ਦਿੱਤਾ ਹੋਵੇ ਜਿਸ ਉੱਪਰੋਂ ਦੀ ਸ਼ਰਧਾਲੂ ਪਰਮਾਤਮਾ ਨੂੰ ਮਿਲਣ ਲਈ ਲੰਘ ਸਕਣ। ਇਹ ਸੁਆਹ ਲਿਬੜੀ ਤੇ ਫਟੇ ਪੁਰਾਣੇ ਚੋਲੇ 'ਚ ਲਿਪਟੀ ਅੱਗ ਇਸ ਪਵਿੱਤਰ ਪੁਲ ਤੇ ਬੈਠੀ ਸੀ। ਉਹਨੂੰ ਆਪਣੀਆਂ ਲਪਟਾਂ ਦਾ ਆਪ ਵੀ ਪਤਾ ਨਹੀਂ ਸੀ। ਹਰਮੰਦਰ 'ਚ ਆਉਣ ਜਾਣ ਵਾਲੇ ਸ਼ਰਧਾਲੂਆਂ ਦਾ ਜਿਵੇਂ ਦਰਿਆ ਵਗ ਰਿਹਾ ਹੋਵੇ। ਉਹ ਇਸ ਨਵੀਂ ਆਨੰਦ ਮੂਰਤੀ ਨੂੰ ਦੇਖਦੇ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿਸੇ ਬੁੱਤ ਤਰਾਸ਼ ਨੇ ਇਸ ਪਵਿੱਤਰ ਪੁਲ ਤੇ ਆਪਣੀ ਨਵੀਂ ਰਚਨਾ ਦੀ ਪ੍ਰਦਰਸ਼ਨੀ ਲਾਈ ਹੋਵੇ। ਸਿਰਫ ਅੰਮ੍ਰਿਤਸਰ ਦੀਆਂ ਔਰਤਾਂ ਜਦੋਂ ਉਹਦੇ ਕੋਲੋਂ ਲੰਘਦੀਆਂ ਤਾਂ ਇਸ ਮੂਰਤੀ ਅੱਗੇ ਆਪਣਾ ਸਿਰ ਝੁਕਾਉਂਦੀਆਂ ਤੇ ਉਸ ਅੱਗੇ ਡੂੰਘੇ ਸਤਿਕਾਰ ਨਾਲ ਹੱਥ ਜੋੜ ਕੇ ਖੜੋਂਦੀਆਂ। ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਕੌਣ ਸੀ। ਉਹ ਸਾਰੀਆਂ ਹੀ ਸੁੰਦਰ ਇਸਤਰੀਆਂ ਸਨ, ਜਿਵੇਂ ਸੁੰਦਰਤਾ ਆਪਣੀ ਆਤਮਾ ਨੂੰ ਪਛਾਣ ਕੇ ਸੁੰਦਰਤਾ ਅੱਗੇ ਹੀ ਝੁਕ ਰਹੀ ਹੋਵੇ। ਦੂਸਰਾ ਭਾਗ। ਅੰਮ੍ਰਿਤਸਰ ਦੇ ਲੋਕ ਉਹਨੂੰ ਮਰਮਰੀ ਬਾਵਾ ਜਾਂ ਸੰਗਮਰਮਰ ਦਾ ਬਾਵਾ ਕਹਿਣ ਲੱਗ ਪਏ ਸਨ। ਇੱਕ ਲੋਢੇ ਪੈਰ ਉਹਦੇ ਦੁਆਲੇ ਆਦਮੀਆਂ ਤੇ ਔਰਤਾਂ ਦੀ ਭੀੜ ਲੱਗੀ ਹੋਈ ਸੀ। ਉਸ ਦੀ ਸੁਗੰਧੀ, ਜਿਸ ਦਾ ਉਹਨੂੰ ਆਪ ਵੀ ਪਤਾ ਨਹੀਂ ਸੀ, ਬਹੁਤ ਸਾਰੇ ਲੋਕਾਂ ਨੂੰ ਸ਼ਹਿਦ ਦੀਆਂ ਮੱਖੀਆਂ ਦੀ ਤਰ੍ਹਾਂ ਖਿੱਚ ਲਿਆਈ ਸੀ।
ਇੱਥੋਂ ਤੱਕ ਕਿ ਹੁਣ ਉਹ ਇਸ ਭੀੜ ਵਿੱਚ ਕੁਝ ਬੇਆਰਾਮ ਜਿਹਾ ਮਹਿਸੂਸ ਕਰਨ ਲੱਗ ਪਿਆ ਸੀ। ਇੱਕ ਫੁੱਲ ਨੂੰ ਸੈਂਕੜੇ ਮੱਖੀਆਂ ਦੇ ਆਵੇਸ਼ ਦਾ ਭਾਰ ਝੱਲਣਾ ਪੈਂਦਾ ਹੈ। ਜੇ ਕਿਤੇ ਖੰਭ ਹੋਣ ਤਾਂ ਸ਼ਾਇਦ ਉਹ ਉੱਡ ਹੀ ਜਾਵੇ। ਮਰਮਰੀ ਬਾਵੇ ਨੇ ਵਤੀਰਾ ਤਪਸਵੀਆਂ ਵਾਲਾ ਰੱਖਿਆ ਸੀ। ਕੋਈ ਵੀ ਸ਼ਰਧਾਲੂ ਉਹਨੂੰ ਹਿਲਾ ਨਹੀਂ ਸੀ ਸਕਿਆ। ਦਿਨ ਬੀਤਦੇ ਗਏ ਪਰ ਕੋਈ ਵੀ ਉਹਦੇ ਮਨ ਦੀ ਥਾਂ ਨਹੀਂ ਸੀ ਪਾ ਸਕਿਆ। ਅੰਮ੍ਰਿਤਸਰ ਦੇ ਸਾਰੇ ਸ਼ਰਧਾਲੂ ਉਦਾਸ ਸਨ। ਉਹਨਾਂ 'ਚ ਕੋਈ ਸਰਗਰਮੀ, ਕੋਈ ਉਤਸ਼ਾਹ ਜਾਂ ਆਸ਼ਨਾਈ ਨਹੀਂ ਸੀ, ਪਰ ਗੱਲਾਂ ਉਸੇ ਦੀਆਂ ਹੀ ਕਰਦੇ ਸਨ। ਉਹਦੇ ਪੱਥਰ ਵਾਂਗ ਸਖਤ ਸੁਭਾਅ ਕਰਕੇ ਹੀ ਉਹਦੀ ਸਾਰੇ ਤਾਰੀਫ ਕਰਦੇ ਤੇ ਉਹਦਾ ਸਵੈ ਸ਼ਾਸਨ ਸ਼ਹਿਰ ਵਿੱਚ ਆਮ ਗੱਲਬਾਤ ਦਾ ਵਿਸ਼ਾ ਬਣ ਗਿਆ ਸੀ। ਉਪਾਸ਼ਕਾਂ ਦੀ ਗਿਣਤੀ ਹੋਰ ਵੱਧਦੀ ਗਈ। ਸੰਗਮਰਮਰ ਨੂੰ ਲਗਾਤਾਰ ਡੰਗ ਵੱਜਦੇ ਰਹੇ, ਪਰ ਜ਼ਾਹਰਾ ਤੌਰ ਤੇ ਸਾਰੇ ਡੰਗ ਸਖਤ ਪੱਥਰ ਨਾਲ ਟਕਰਾ ਕੇ ਟੁੱਟ ਜਾਂਦੇ ਸਨ। ਅੰਮ੍ਰਿਤਸਰ ਵਿਖੇ ਉਹਦੇ ਆਉਣ ਤੋਂ 2 ਹਫ਼ਤੇ ਬਾਅਦ ਇੱਕ ਔਰਤ, ਜੋ ਕਿ ਪਹਿਲੀ ਵਾਰੀ ਆਈ ਸੀ, ਲੋਕਾਂ ਦੀ ਭੀੜ 'ਚ ਬੈਠੀ ਸੀ ਤੇ ਟਿਕਟਿਕੀ ਲਗਾ ਕੇ ਬਾਬਾ ਜੀ ਨੂੰ ਦੇਖ ਰਹੀ ਸੀ। ਇਹ ਭੀੜ ਸਿਰਫ ਮਰਮਰੀ ਬਾਵੇ ਦੇ ਦਰਸ਼ਨ ਲਈ ਇਕੱਠੀ ਹੋਈ ਸੀ। ਮਰਮਰੀ ਬਾਵਾ ਕਿਸੇ ਨਾਲ ਗੱਲ ਤਾਂ ਕਰਦਾ ਹੀ ਨਹੀਂ ਸੀ ਤੇ ਨਾ ਹੀ ਅੱਖਾਂ ਚੁੱਕ ਕੇ ਕਿਸੇ ਵੱਲ ਵੇਖਦਾ ਸੀ। ਉਸ ਔਰਤ ਦੀ ਤੱਕਣੀ ਅਸਾਧਾਰਨ ਸੀ। ਇਸ ਤਰ੍ਹਾਂ ਸੀ ਜਿਵੇਂ ਮਹਾਤਮਾ ਬੁੱਧ ਦੀਆਂ ਸ਼ਰਧਾਲੂ ਔਰਤਾਂ ਬੁੱਧ ਦੀ ਸੰਗਮਰਮਰ ਦੀ ਮੂਰਤੀ ਵੱਲ ਵੇਖਦੀਆਂ ਹਨ। ਅਜੀਬ ਗੱਲ ਇਹ ਸੀ ਕਿ ਜਦੋਂ ਸਾਰੇ ਇੱਕ-ਇੱਕ ਕਰਕੇ ਚਲੇ ਗਏ ਤਾਂ ਇਹ ਔਰਤ ਡੂੰਘੀਆਂ ਸ਼ਾਮਾਂ ਤੱਕ ਉੱਥੇ ਹੀ ਬੈਠੀ ਰਹੀ। ਉੱਥੇ ਬੈਠੀ ਮਰਮਰੀ ਬਾਵੇ ਵੱਲ ਇਸ ਤਰ੍ਹਾਂ ਨੀਝ ਨਾਲ ਵੇਖ ਰਹੀ ਸੀ ਜਿਵੇਂ ਉਹ ਅਰਦਾਸ ਦੀ ਸਾਕਾਰ ਮੂਰਤ ਹੋਵੇ ਤੇ ਉਹ ਉਹਦਾ ਦੇਵਤਾ ਹੋਵੇ। ਉਹਦੀਆਂ ਅਰਦਾਸ 'ਚ ਜੁੜੀਆਂ ਅੱਖਾਂ ਦੀ ਮੂਕ ਤੱਕਣੀ ਕਦੇ ਆਕਾਸ਼ ਵੱਲ ਜਾਂਦੀ ਤੇ ਉੱਤਰ ਵਿੱਚ ਉਸ ਦੇਵਤੇ ਦੀ ਨਜ਼ਰ ਲਈ ਤਰਸਦੀ। ਅਚਾਨਕ ਹੀ ਮਰਮਰੀ ਬਾਵੇ ਦੀਆਂ ਅੱਖਾਂ ਖੁੱਲੀਆਂ ਤੇ ਸਿੱਖ ਦੀਆਂ ਅੱਖਾਂ ਇਸ ਦੇਵਤੇ ਦੀਆਂ ਅੱਖਾਂ 'ਚ ਉਲਝ ਗਈਆਂ। ਅੱਖਾਂ ਦਾ ਇਸ ਤਰ੍ਹਾਂ ਮਿਲਣਾ ਇੱਕ ਪਲ ਦਾ ਲਿਸ਼ਕਾਰਾ ਸੀ। ਬਸ ਫੇਰ ਇਹ ਅਰਦਾਸ ਵਿੱਚ ਜੁੜੀਆਂ ਅੱਖਾਂ ਤੇ ਉਸ ਦੇਵਤੇ ਦੀਆਂ ਅੱਖਾਂ ਮਿਟੀਆਂ ਗਈਆਂ। ਇੱਕ ਮੂਕ ਚੁੱਪ ਸੀ ਜੋ ਬਿਨਾਂ ਗਾਏ ਗਾਉਂਦੀ ਹੈ, ਬਿਨਾਂ ਸਾਹ ਜਿਉਂਦੀ ਹੈ। ਡੂੰਘੀਆਂ ਤਰਕਾਲਾਂ ਸਮੇਂ ਅੰਮ੍ਰਿਤਸਰ ਵਿਖੇ ਮਰਮਰੀ ਬਾਵੇ ਨੇ ਪਹਿਲੀ ਵਾਰੀ ਸ਼ਬਦ ਕਹੇ, ਐ ਔਰਤ, ਕੀ ਗੱਲ ਹੈ? ਤੁਸੀਂ ਇੱਥੋਂ ਕੀ ਚਾਹੁੰਦੇ ਹੋ? ਜਦ ਸਾਰੇ ਚਲੇ ਗਏ ਹਨ, ਤੁਸੀਂ ਇੱਥੇ ਕਿਉਂ ਬੈਠੇ ਹੋ? ਅਫਸੋਸ ਹੈ ਕਿ ਮੈਨੂੰ ਔਰਤ ਹੋਣ ਦੇ ਨਾਤੇ ਕੁਝ ਨਹੀਂ ਚਾਹੀਦਾ। ਮੈਂ ਆਦਮੀ ਵੀ ਨਹੀਂ ਹਾਂ, ਭਾਵੇਂ ਮੈਂ ਇੱਕ ਔਰਤ ਹਾਂ। ਮੈਨੂੰ ਆਪਣੇ ਪੈਰੋਕਾਰ ਵਜੋਂ ਅਪਣਾ ਲਓ। ਜਿਵੇਂ ਤੁਸੀਂ ਮੇਰੀਆਂ ਅੱਖਾਂ ਨੂੰ ਸ਼ਬਦ ਬਖਸ਼ਿਆ ਹੈ, ਮੇਰੀ ਸਿੱਖ ਦੀ ਆਤਮਾ ਨੂੰ ਵੀ ਸ਼ਬਦ ਦੀ ਦਾਤ ਬਖਸ਼ੋ। ਮੈਨੂੰ ਇਸ ਅੰਮ੍ਰਿਤ ਨਾਲ ਤ੍ਰਿਪਤ ਕਰੋ। ਮੈਨੂੰ ਅਮਰ ਕਰ ਦਿਓ ਤੇ ਮੈਨੂੰ ਆਪਣਾ ਮੱਥਾ ਆਪਣੇ ਕਦਮਾਂ ਨਾਲ ਛੁਹਾ ਲੈਣ ਦਿਓ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੈਂ ਤੈਨੂੰ ਆਪਣੇ ਪੈਰੋਕਾਰ ਵਜੋਂ ਪ੍ਰਵਾਨ ਕਰਦਾ ਹਾਂ। ਮੈਂ ਤੈਨੂੰ ਸ਼ਬਦ ਦਿੰਦਾ, ਤੂੰ ਉਹਦਾ ਜਾਪ ਕਰਨਾ, ਪਰ ਕੁਝ ਫਾਸਲਾ ਜ਼ਰੂਰ ਚਾਹੀਦਾ ਹੈ। ਤੇਰਾ ਸਿਰ ਮੇਰੇ ਕਦਮ ਨਹੀਂ ਛੋਏਗਾ, ਮਰਮਰੀ ਬਾਵੇ ਨੇ ਕਿਹਾ। ਤੁਹਾਡੀ ਤੱਕਣੀ ਨੇ ਪਹਿਲਾਂ ਹੀ ਮੈਨੂੰ ਤੁਹਾਡਾ ਪੈਰੋਕਾਰ ਬਣਾ ਦਿੱਤਾ ਹੈ। ਤੁਹਾਡੇ ਮੁੱਖੋਂ ਉਚਰੇ ਸ਼ਬਦ ਮੈਨੂੰ ਹੋਰ ਢਾਲ ਦੇਣਗੇ। ਮੈਂ ਆਪਣਾ ਸਾਰਾ ਜੀਵਨ ਤੁਹਾਡੇ ਦਿੱਤੇ ਸ਼ਬਦ ਦਾ ਜਾਪ ਕਰਨ ਤੇ ਇਸ ਵਿੱਚ ਲੀਨ ਹੋਣ 'ਚ ਹੀ ਲਾ ਦੇਵਾਂਗੀ। ਪਰ ਮੈਂ ਆਪਣੇ ਮਸਤਕ ਦੇ ਮੰਦਰ ਲਈ ਤੁਹਾਡੇ ਕਦਮਾਂ ਦੀ ਸੀਤਲ ਛੋਹ ਦੀ ਅਭਿਲਾਸ਼ੀ ਹਾਂ। ਇਸ ਤੋਂ ਬਿਨਾਂ ਮੇਰੀ ਜਵਾਨੀ ਸੜ ਕੇ ਸੁਆਹ ਹੋ ਜਾਏਗੀ। ਤੁਹਾਡੇ ਕਦਮਾਂ ਦੀ ਠੰਡੀ ਠਾਰ ਛੋਹ ਤੋਂ ਬਿਨਾਂ ਮੈਂ ਝੁਲਸ ਜਾਵਾਂਗੀ। ਮੈਨੂੰ ਇੱਕ ਵਾਰੀ ਮਸਤਕ ਆਪਣੇ ਕਦਮ ਤੇ ਟਿਕਾ ਲੈਣ ਦਿਓ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਜੇ ਤੁਸੀਂ ਚਾਹੋ, ਮੈਂ ਆਪਣਾ ਸਾਰਾ ਜੀਵਨ ਤੁਹਾਨੂੰ ਦੇਖਣ ਦਾ ਯਤਨ ਨਹੀਂ ਕਰਾਂਗੀ। ਜੇ ਤੁਸੀਂ ਚਾਹੋ, ਮੈਂ ਕਦੇ ਚੰਦ ਤੇ ਸੂਰਜ ਵੀ ਨਹੀਂ ਦੇਖਾਂਗੀ। ਇੱਕ ਵਾਰੀ ਆਪਣਾ ਸਿਰ ਆਪਣੇ ਚਰਨਾਂ ਤੇ ਟਿਕਾ ਲੈਣ ਦਿਓ। ਮੈਂ ਹੋਰ ਕੁਝ ਨਹੀਂ ਮੰਗਦੀ। ਜੇ ਤੁਸੀਂ ਕਹੋ ਤਾਂ ਮੈਂ ਆਪਣੀ ਅੱਗ ਵਿੱਚ ਹੀ ਸੜ ਕੇ ਰਾਖ ਹੋ ਜਾਵਾਂਗੀ। ਜੇ ਤੁਸੀਂ ਚਾਹੋ ਤਾਂ ਮੈਂ ਆਪਣੇ ਹਿਰਦੇ ਦੀਆਂ ਡੂੰਘਾਈਆਂ 'ਚ ਗਰਕ ਜਾਵਾਂਗੀ, ਸਦਾ ਲਈ ਲੋਪ ਹੋ ਜਾਵਾਂਗੀ। ਜੇ ਤੁਸੀਂ ਚਾਹੋ ਤਾਂ ਮੈਂ ਇਸੇ ਪਲ, ਇਸੇ ਘੜੀ ਸਵਾਸ ਤਿਆਗ ਦੇਵਾਂਗੀ। ਸਿਰਫ ਇੱਕ ਵਾਰੀ ਆਪਣੇ ਕਦਮਾਂ ਤੇ ਸਿਰ ਰੱਖ ਲੈਣ ਦਿਓ। ਮੈਂ ਹੋਰ ਕੁਝ ਨਹੀਂ ਚਾਹੁੰਦੀ। ਮੈਂ ਤੈਨੂੰ ਪਵਿੱਤਰ ਸ਼ਬਦ ਦਾ ਜੀਵਨ ਦੇਣ ਲਈ ਤਿਆਰ ਹਾਂ। ਮਾਨਸਿਕ ਚੈਨ ਜੋ ਵੀ ਤੂੰ ਚਾਹੇ, ਪਰ ਤੇਰਾ ਸਿਰ ਕਦੇ ਵੀ ਮੇਰੇ ਕਦਮ ਨਹੀਂ ਛੋਏਗਾ, ਮਰਮਰੀ ਬਾਵੇ ਨੇ ਕਿਹਾ। ਤੀਸਰਾ ਹਿੱਸਾ। ਅਗਲੇ ਦਿਨ ਮਰਮਰੀ ਬਾਵਾ ਜਾ ਚੁੱਕਾ ਸੀ। ਉਹ ਜਿਵੇਂ ਛਪਨ ਹੀ ਹੋ ਗਿਆ ਹੋਵੇ। ਉਹਦੀ ਹਾਜ਼ਰੀ ਦੀ ਖੁਸ਼ੀ, ਉਹਦੇ ਵਿਖਿਆਨਾਂ ਦੀ ਸ਼ਾਂਤੀ ਖਤਮ ਹੋ ਗਈ ਸੀ। ਸਾਰੇ ਉਦਾਸ ਸਨ। ਅੰਮ੍ਰਿਤਸਰ ਦੇ ਸ਼ਰਧਾਲੂਆਂ ਦੇ ਸ਼ਾਮ ਦੇ ਰੁਝੇਵੇਂ ਅਚਾਨਕ ਹੀ ਖਤਮ ਹੋ ਗਏ ਸਨ।
ਸ਼ਹਿਰ ਵਿੱਚ ਉਸੇ ਤਰ੍ਹਾਂ ਹੀ ਚਹਿਲ ਪਹਿਲ ਸੀ। ਮਰਮਰੀ ਬਾਵੇ ਦੇ ਜਾਣ ਨਾਲ ਜਿਵੇਂ ਕਿਸੇ ਨੂੰ ਕੋਈ ਘਾਟਾ ਨਾ ਪਿਆ ਹੋਵੇ। ਅਸਲ 'ਚ ਅੰਮ੍ਰਿਤਸਰ ਵਿਖੇ ਇਸ ਤਰ੍ਹਾਂ ਸੈਂਕੜੇ ਮਹਾਤਮਾ ਆਏ ਤੇ ਚਲੇ ਗਏ ਸਨ। ਅੰਮ੍ਰਿਤਸਰ ਦਾ ਰੰਗ ਬਰੰਗਾ ਜੀਵਨ ਆਪਣੀ ਤੋਰੇ ਤੁਰਦਾ ਰਿਹਾ ਸੀ। ਜੇ ਮਹਾਤਮਾ ਅੰਮ੍ਰਿਤਸਰ ਦੇ ਆਰਜ਼ੀ ਰੰਗਾਂ ਦੀ ਦੀਵਤਾ 'ਚ ਵਿਸ਼ਵਾਸ ਨਹੀਂ ਸਨ ਰੱਖਦੇ ਤਾਂ ਲੋਕ ਵੀ ਉਹਨਾਂ ਦੀਆਂ ਮੌਸਮੀ ਆਵਾਜ਼ਾਂ 'ਚ ਵਿਸ਼ਵਾਸ ਨਹੀਂ ਸਨ ਕਰਦੇ। ਇਹਨਾਂ ਦਰਮਿਆਨ ਦੋਸਤੀ ਥੋੜ੍ਹੀ ਚਿਰੀ ਹੀ ਹੁੰਦੀ। ਇਸ ਤਰ੍ਹਾਂ ਹਜ਼ਾਰਾਂ ਮਿਲਣੀਆਂ ਤੇ ਹਜ਼ਾਰਾਂ ਵਿਛੋੜੇ ਹੋਏ ਸਨ। ਕੁਝ ਦਿਨਾਂ ਬਾਅਦ ਹੀ ਥੋੜ੍ਹੀ ਜਿਹੀ ਹਲਚਲ ਫੇਰ ਹੋਈ, ਪਰ ਛੇਤੀ ਸਥਿਤੀ ਪਹਿਲਾਂ ਦੀ ਤਰ੍ਹਾਂ ਸ਼ਾਂਤ ਹੋ ਗਈ। ਇਹ ਉਸ ਸਮੇਂ ਹੋਇਆ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਕਿਸੇ ਲਾਲਾ ਜੀ ਦੀ ਵਿਧਵਾ ਮਰਮਰੀ ਬਾਵੇ ਨਾਲ ਉੱਧੜ ਗਈ ਸੀ ਤੇ ਉਹ ਘਰ ਦਾ ਗਹਿਣਾ ਗੱਟਾ ਵੀ ਨਾਲ ਲੈ ਗਈ ਸੀ। ਬੜੀ ਭਾਲ ਉਪਰੰਤ ਵੀ ਉਹਨਾਂ ਦੋਹਾਂ ਵਿੱਚੋਂ ਕਿਸੇ ਦਾ ਖੁਰਾ ਖੋਜ ਨਹੀਂ ਸੀ ਮਿਲਿਆ। ਸਾਰੇ ਸ਼ਹਿਰ 'ਚ ਇਹ ਅਫਵਾਹ ਫੈਲ ਗਈ ਸੀ ਤੇ ਹਰ ਕੋਈ ਇੱਕ ਦੂਸਰੇ ਨੂੰ ਕਹਿੰਦਾ, ਮੈਂ ਤੈਨੂੰ ਦੱਸਿਆ ਨਹੀਂ ਸੀ ਕਿ ਮਰਮਰੀ ਬਾਵਾ ਮੇਰਾ ਕਿਆਸ ਠੀਕ ਨਹੀਂ ਸੀ, ਕਿ ਮੇਰੀ ਸ਼ੱਕ ਠੀਕ ਨਹੀਂ ਸੀ ਕਿ ਉਹ ਸ਼ਹਿਰ ਦੀ ਕਿਸੇ ਵਿਧਵਾ ਨੂੰ ਉਧਾਰ ਲਏਗਾ। ਗੱਲਾਂ ਹੀ ਦੋਵੇਂ ਠੀਕ ਸਨ। ਮਰਮਰੀ ਬਾਵਾ ਚਲਾ ਗਿਆ ਸੀ ਤੇ ਲਾਲਾ ਜੀ ਦੀ ਜਵਾਨ ਵਿਧਵਾ ਪਾਰਬਤੀ ਵੀ ਘਰੋਂ ਗਾਇਬ ਸੀ। ਇਹ ਦੋਵੇਂ ਘਟਨਾਵਾਂ ਇੰਨੇ ਥੋੜ੍ਹੇ ਅਰਸੇ ਤੇ ਵਕਫੇ ਨਾਲ ਵਾਪਰੀਆਂ ਕਿ ਕਿਸੇ ਨੇ ਧਿਆਨ ਹੀ ਨਹੀਂ ਸੀ ਦਿੱਤਾ ਕਿ ਇਕੱਠੀਆਂ ਹੀ ਵਾਪਰੀਆਂ ਸਨ ਜਾਂ ਇੱਕ ਦੂਸਰੀ ਦੇ ਬਾਅਦ। ਚੌਥਾ ਭਾਗ। ਜਦੋਂ ਪਾਰਬਤੀ ਮਰਮਰੀ ਬਾਵੇ ਨੂੰ ਉਸ ਹੋਣਹਾਰੀ ਸ਼ਾਮ ਹਰਮੰਦਰ ਸਾਹਿਬ ਵਿਖੇ ਮਿਲੀ ਸੀ ਤਾਂ ਉਹ ਸਿਰਫ 18 ਸਾਲਾਂ ਦੀ ਸੀ। ਉਸ ਤੋਂ ਰਤਾ ਵੀ ਦੂਰ ਨਾ ਹੁੰਦੀ। ਉਹ ਜਿੱਥੇ ਕਿਤੇ ਵੀ ਜਾਂਦਾ ਉਹਦੇ ਮਗਰ ਜਾਂਦੀ, ਹਰ ਪੜਾਅ ਤੇ ਅਰਜ਼ੋਈ ਕਰਦੀ, ਬਸ ਮੈਨੂੰ ਇੱਕ ਵਾਰੀ ਮੱਥਾ ਆਪਣੇ ਕਦਮਾਂ ਨਾਲ ਛੁਹਾ ਲੈਣ ਦਿਓ, ਮੈਂ ਹੋਰ ਕੁਝ ਨਹੀਂ ਲੋਚਦੀ। ਜਦੋਂ ਮਰਮਰੀ ਬਾਵੇ ਨੇ ਉਹਨੂੰ ਕਿਸੇ ਸੁਭਾਗੀ ਘੜੀ ਆ ਕੇ ਉਹਦੇ ਕਦਮ ਛੋਹਣ ਲਈ ਕਿਹਾ ਤਾਂ ਉਹਨੂੰ ਆਪਣੇ ਆਪ ਨੂੰ ਵੀ ਵਿਸ਼ਵਾਸ ਨਾ ਹੋਣ ਦੇ ਬਾਵਜੂਦ ਉਹਦੇ ਅੰਦਰ ਦੀ ਔਰਤ ਨੇ ਵਿਸ਼ਵਾਸ ਕਰ ਲਿਆ। ਜਦੋਂ ਨਿਸ਼ਚਿਤ ਸਮੇਂ ਤੇ ਵਾਪਸ ਪਰਤੀ ਤਾਂ ਮਰਮਰੀ ਬਾਵਾ ਜਾ ਚੁੱਕਾ ਸੀ। ਉਹ ਚੁੱਪਚਾਪ ਘਰ ਚਲੀ ਗਈ। ਆਪਣੀ ਚੁੰਨੀ 'ਚ ਸਾਰੇ ਗਹਿਣੇ ਇਕੱਠੇ ਕਰਕੇ ਇੱਕ ਪੋਟਲੀ ਬੰਨ੍ਹ ਲਈ, ਸਦਾ ਲਈ ਅੰਮ੍ਰਿਤਸਰ ਛੱਡ ਗਈ। ਉਹਨੂੰ ਨਹੀਂ ਸੀ ਪਤਾ ਉਹ ਕਿੱਥੇ ਗਿਆ ਸੀ। ਉਹ ਪਾਗਲਾਂ ਵਾਂਗ ਉਸ ਪਾਸੇ ਤੁਰ ਪਈ ਜਿੱਧਰ ਨੂੰ ਸੜਕ ਜਾਂਦੀ ਸੀ। ਉਹਨੂੰ ਨਹੀਂ ਸੀ ਪਤਾ ਕਿ ਉਹ ਕਿੱਥੋਂ ਆਈ ਸੀ ਤੇ ਉਸ ਕਿੱਥੇ ਜਾਣਾ ਸੀ। ਮਰਮਰੀ ਬਾਵੇ ਦੇ ਜਿਸ ਪਾਸੇ ਜਾਣ ਬਾਰੇ ਉਹਨੂੰ ਅਫਵਾਹ ਸੁਣਦੀ ਉੱਧਰ ਹੀ ਤੁਰ ਪੈਂਦੀ। ਕਈ ਸਾਲ ਬੀਤ ਗਏ ਪਰ ਉਹਦੀ ਨਜ਼ਰ ਉਹਦੇ ਦੁਬਾਰਾ ਨਹੀਂ ਸੀ ਪਈ। ਧਰਤੀ ਤੇ ਆਕਾਸ਼ ਉਸ ਲਈ ਸੁੰਨੇ ਸਨ। ਉਹਦੀਆਂ ਅੱਖਾਂ ਮੁੜ-ਮੁੜ ਕੁਝ ਲੱਭਦੀਆਂ, ਥਾਂ-ਥਾਂ ਫਿਰਦੀਆਂ। ਅਖੀਰ ਜਦੋਂ 30 ਸਾਲ ਦੀ ਸੀ, ਉਹਦੇ ਸਾਰੇ ਗਹਿਣੇ ਖਤਮ ਹੋ ਗਏ। ਉਹਦਾ ਰੂਪ, ਉਹਦੀ ਜਵਾਨੀ ਖੁਰ ਗਏ ਤੇ ਉਹ ਬਿਲਕੁਲ ਹੰਭ ਚੁੱਕੀ ਸੀ। ਬਿਲਕੁਲ ਇਕੱਲੀ ਤੇ ਸੁੱਕ ਕੇ ਤੀਲਾ ਹੋਈ। ਨੰਗੇ ਪੈਰ ਪਾਟੇ ਕੱਪੜੇ ਘੁੰਮਦੀ ਘੁਮਾਉਂਦੀ ਉਹ ਕੁੰਭ ਦੇ ਮੇਲੇ ਪੁੱਜ ਗਈ। ਅਚਾਨਕ ਉਹ ਦੁਬਾਰਾ ਮਿਲ ਪਿਆ। 12 ਸਾਲਾਂ ਬਾਅਦ ਉਹਨੂੰ ਦੁਬਾਰਾ ਦੇਖਿਆ ਸੀ। ਉਹ ਫਿਰ ਉਹਦੇ ਕੋਲ ਬੈਠੀ ਸੀ ਜਿਵੇਂ ਸਾਕਾਰ ਅਰਦਾਸ ਦੀ ਮੂਰਤੀ ਹੋਵੇ। ਇੱਕ ਵਾਰ ਮੈਨੂੰ ਮਸਤਕ ਆਪਣੇ ਕਦਮਾਂ ਤੇ ਰੱਖ ਲੈਣ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਉਸ ਕੁਝ ਨਹੀਂ ਕਿਹਾ। ਉਹ ਲੰਮੇ ਹੌਕੇ ਭਰ ਰਹੀ ਸੀ। ਉਹਦੀਆਂ ਭਖਦੀਆਂ ਅੱਖਾਂ ਉਸ ਤੇ ਗੱਡੀਆਂ ਹੋਈਆਂ ਸਨ ਪਰ ਉਹ ਬਿਲਕੁਲ ਚੁੱਪ ਸੀ। ਉਹਨੂੰ ਜਿਵੇਂ ਮੁੜ ਗਵਾਉਣ ਲਈ ਹੀ ਪਾਇਆ ਸੀ। ਮਰਮਰੀ ਬਾਵਾ ਉਹਨੂੰ ਫਿਰ ਝਕਾਨੀ ਦੇ ਗਿਆ ਸੀ। ਉਹਨੂੰ ਫਿਰ ਛੱਡ ਕੇ ਚਲਾ ਗਿਆ। ਤੇਰਾ ਮਸਤਕ ਕਦੇ ਵੀ ਮੇਰੇ ਕਦਮ ਨਹੀਂ ਛੋਏਗਾ। 5 ਸਾਲਾਂ ਦੀ ਹੋਰ ਭਾਲ ਮਗਰੋਂ ਉਹਨੂੰ ਇੱਕ ਸੰਤਾਂ ਦੇ ਇਕੱਠ 'ਚ ਬੈਠਿਆ ਜਾ ਲੱਭਿਆ। ਸਾਰੇ ਭਾਰਤ ਦੇ ਸੰਤ ਬਨਾਰਸ ਵਿਖੇ ਇਕੱਠੇ ਹੋਏ ਸਨ। ਉਹਨਾਂ ਦੇ ਰੰਗ ਬਰੰਗੇ ਚੋਲੇ ਸਨ, ਪੀਲੇ ਤੇ ਸੰਗਤਰੀ। ਕਿਸੇ ਨੇ ਵਿਭੂਤੀ ਮਲੀ ਸੀ, ਕਿਸੇ ਨੇ ਚੰਦਨ ਦਾ ਟਿੱਕਾ ਲਾਇਆ ਸੀ, ਕਿਸੇ ਨੇ ਸੰਦਲ ਮਲਿਆ ਸੀ। ਕਈਆਂ ਤਰ੍ਹਾਂ ਦੇ ਤਿਲਕਧਾਰੀ, ਮੁੰਦਰਾਂ ਵਾਲੇ ਜੋਗੀ ਤੇ ਵਿਦਵਾਨ ਇਕੱਠੇ ਹੋਏ ਸਨ। ਉਹਨਾਂ 'ਚੋਂ ਕੁਝ ਪੰਡਤ ਤੇ ਕੁਝ ਭਿਕਸ਼ੂ ਸਨ। ਭਾਰਤ ਦੇ ਵੱਖ-ਵੱਖ ਮਤਾਂ, ਧਰਮਾਂ ਤੇ ਸੰਪਰਦਾਵਾਂ ਦੇ ਨੁਮਾਇੰਦਿਆਂ ਦਾ ਇੱਕ ਹੈਰਾਨ ਕੁੰਨ ਇਕੱਠ ਸੀ ਤੇ ਮਰਮਰੀ ਬਾਵਾ ਉਹਨਾਂ ਦੇ ਵਿਚਾਲੇ ਬੈਠਾ ਸੀ। ਪਾਰਬਤੀ ਜਿਵੇਂ ਕਰੰਗ ਬਣੀ ਪਈ ਸੀ। ਉਹ ਮਿੱਟੀ ਘੱਟੇ ਨਾਲ ਢੀ ਸੀ। ਉਹਦੇ ਕੱਪੜੇ ਚੀਥੜੇ ਹੋਏ ਪਏ ਸਨ। ਉਹ ਇਸੇ ਇਕੱਠ ਤੇ ਜਿਵੇਂ ਵਾਰੀ ਪਈ, ਜਿਵੇਂ ਅਚਾਨਕ ਬਾਜ ਪੈ ਗਏ ਹੋਣ। ਉਹਨੇ ਝੱਕ ਦਾਖਲ ਹੋਈ ਤੇ ਇਸ ਮਹਾਨ ਇਕੱਠ ਦੇ ਸਾਹਮਣੇ ਖੜੀ ਬਿਰਹਾ ਦੀ ਮੂਰਤੀ ਬਣੀ ਆਪਣੀ ਹਿੱਕ ਪਿੱਟਣ ਲੱਗ ਪਈ।
ਉਹਦੇ ਧੁਰ ਅੰਦਰੋਂ ਕੰਨ ਪਾੜਵੀਂ ਚੀਖ ਨਿਕਲੀ। ਇਸ ਇਕੱਠ ਦੀ ਸਾਰੀ ਕਾਰਵਾਈ ਰੁਕ ਗਈ ਤੇ ਸਾਰਿਆਂ ਦਾ ਧਿਆਨ ਇਸ ਦੁਖਿਆਰੀ ਵੱਲ ਖਿੱਚਿਆ ਗਿਆ। ਉਹ ਮਰਮਰੀ ਬਾਵੇ ਵੱਲ ਹੱਥ ਕਰਕੇ ਕਹਿਣ ਲੱਗੀ, ਮੈਂ ਇਹਨੂੰ ਲੱਭਦੀ ਰਹੀ ਹਾਂ। ਪਿਛਲੇ 17 ਸਾਲਾਂ ਤੋਂ ਕਦੇ ਲੱਭ ਲੈਂਦੀ ਸਾਂ, ਕਦੇ ਗਵਾ ਲੈਂਦੀ ਸਾਂ। ਮੈਂ ਅੰਮ੍ਰਿਤਸਰੋਂ ਤੁਰੀ ਸੀ, ਉਦੋਂ ਮੈਂ 18 ਵਰ੍ਹਿਆਂ ਦੀ ਸੀ। ਮੈਂ ਹੁਣ ਥੱਕ ਟੁੱਟ ਚੁੱਕੀ ਹਾਂ। ਮੇਰੀ ਇਹਨੂੰ ਇੱਕ ਹੀ ਇਲਤਜਾ ਰਹੀ ਹੈ, ਮੈਨੂੰ ਆਪਣੇ ਕਦਮਾਂ ਤੇ ਆਪਣਾ ਸਿਰ ਰੱਖ ਲੈਣ ਦਿਓ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਇਸਨੇ ਮੇਰੀ ਇਹ ਛੋਟੀ ਜਿਹੀ ਬੇਨਤੀ ਪ੍ਰਵਾਨ ਨਹੀਂ ਕੀਤੀ। ਹੁਣ ਮੈਂ ਇਸ ਸੰਤਾਂ ਦੇ ਮਹਾਨ ਇਕੱਠ ਨੂੰ ਬੇਨਤੀ ਕਰਦੀ ਹਾਂ ਕਿ ਮੈਨੂੰ ਆਪਣੇ ਕਦਮਾਂ ਤੇ ਆਪਣਾ ਸਿਰ ਰੱਖ ਲੈਣ ਦੇਣ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਜੇ ਇਹ ਚਾਹੁਣ ਤਾਂ ਮੈਂ ਮੁੜ ਇਹਨਾਂ ਨੂੰ ਮਿਲਣ ਦਾ ਯਤਨ ਹੀ ਨਹੀਂ ਕਰਾਂਗੀ। ਮੈਂ ਇਸ ਇਕੱਠ ਸਾਹਮਣੇ ਇਹ ਸਹੁੰ ਖਾਂਦੀ ਹਾਂ, ਮੈਂ ਸਾਰੇ ਲੋਕਾਂ ਦੇ ਸਾਹਮਣੇ ਇਹਨਾਂ ਤੋਂ ਸਿਰਫ ਇਹੀ ਮੰਗ ਕਰਦੀ ਹਾਂ ਕਿ ਸਿਰਫ ਇੱਕ ਵਾਰੀ ਮੈਨੂੰ ਆਪਣੇ ਕਦਮਾਂ ਤੇ ਸਿਰ ਟਿਕਾ ਲੈਣ ਦੇਣ। ਜਦੋਂ ਪਾਰਬਤੀ ਨੇ ਸਾਰੀ ਕਹਾਣੀ ਦੱਸੀ ਤਾਂ ਸਾਰੇ ਮਤਾਂਤਰਾਂ ਦੇ ਸਾਧੂਆਂ ਨੇ ਇੱਕੋ ਆਵਾਜ਼ 'ਚ ਫੈਸਲਾ ਦਿੱਤਾ ਕਿ ਉਹ ਮਰਮਰੀ ਬਾਵੇ ਨੂੰ ਆਪਣੀ ਸਹੁੰ ਤੋੜਨ ਦੇ ਪਾਪ ਤੋਂ ਮੁਕਤ ਕਰ ਦੇਣਗੇ ਤੇ ਸਾਰਿਆਂ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਉਸ ਔਰਤ ਨੂੰ ਆਪਣੇ ਕਦਮਾਂ ਤੇ ਸਿਰ ਟਿਕਾ ਲੈਣ ਦੇਵੇ, ਜਿਵੇਂ ਕਿ ਉਸ ਉਹਨਾਂ ਦੀ ਹਾਜ਼ਰੀ 'ਚ ਇੱਛਾ ਪ੍ਰਗਟ ਕੀਤੀ ਹੈ। ਪਰ ਉਸ ਮਰਮਰੀ ਬਾਵੇ ਨੇ ਕਿਹਾ, ਹੋਰ ਕੁਝ ਵੀ ਹੋ ਸਕਦਾ ਪਰ ਇਹ ਨਹੀਂ ਹੋ ਸਕਦਾ। ਇਹ ਮਹਾਨ ਸਭਾ ਮੈਨੂੰ ਹੋਰ ਕੁਝ ਵੀ ਕਰਨ ਲਈ ਹੁਕਮ ਦੇ ਸਕਦੀ ਹੈ। ਮੈਂ ਇਹਨੂੰ ਮੰਤਰ ਦੇ ਦਿੰਦਾ, ਮਨ ਦੀ ਸ਼ਾਂਤੀ ਦੇ ਸਕਦਾ, ਯੋਗ ਸਮਾਧੀ ਜਾਂ ਕਰਾਮਾਤਾਂ ਕਰਨ ਦੀ ਸ਼ਕਤੀ ਪ੍ਰਦਾਨ ਕਰ ਸਕਦਾ, ਪਰ ਮੇਰੀ ਔਰਤ ਤੋਂ ਦੂਰ ਰਹਿਣ ਦੀ ਕਸਮ ਕਾਇਮ ਰਹਿਣੀ ਚਾਹੀਦੀ ਹੈ। ਇਹਦਾ ਸਿਰ ਮੇਰੇ ਕਦਮ ਕਦੇ ਨਹੀਂ ਛੁਏਗਾ। ਮਰਮਰੀ ਬਾਵੇ ਦੀ ਇਸ ਬੇਹੂਦਾ ਜ਼ਿੱਦ ਤੇ ਸਾਰੇ ਸਾਧੂ ਗੁੱਸੇ 'ਚ ਆ ਗਏ ਕਿ ਇਸ ਆਦਮੀ ਦੀ ਪੱਥਰ ਦੀ ਦੇਹ ਵਿੱਚ ਦਿਲ ਵੀ ਹੈ। ਉਹਨਾਂ ਸਾਰਿਆਂ ਇੱਕ ਆਵਾਜ਼ 'ਚ ਕਿਹਾ, ਦੇਖੋ ਬਾਬਾ ਜੀ, ਇਹ ਤੁਹਾਡੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਹੈ। ਇਹ ਤੁਹਾਡੇ ਸੰਚਿਤ ਕਰਮਾਂ ਦਾ ਨਤੀਜਾ ਹੈ ਤੇ ਤੁਸੀਂ ਇਸ ਤੋਂ ਬਚ ਨਹੀਂ ਸਕਦੇ। ਇਸ ਦਾ ਸਿਰ ਤੁਹਾਡੇ ਕਦਮਾਂ ਨੂੰ ਛੂਹਣਾ ਹੀ ਲਿਖਿਆ ਹੈ। ਇਹ ਟਾਲਿਆ ਨਹੀਂ ਜਾ ਸਕਦਾ, ਇਹ ਹੋ ਕੇ ਰਹੇਗਾ। ਇਹਨੂੰ ਰੋਕਿਆ ਨਹੀਂ ਜਾ ਸਕਦਾ। ਇਹਨੂੰ ਟਾਲਣਾ ਤੁਹਾਡੀ ਸਮਰੱਥਾ ਵਿੱਚ ਹੀ ਨਹੀਂ। ਚੰਗਾ ਇਹ ਹੈ ਕਿ ਸਾਰਿਆਂ ਦੇ ਇਕੱਠ ਦੇ ਸਾਹਮਣੇ ਇਸ ਨੂੰ ਆਪਣੇ ਕਦਮਾਂ ਤੇ ਸਿਰ ਟਿਕਾ ਲੈਣ ਦਿਓ ਤੇ ਇਹ ਸਭਾ ਤੁਹਾਨੂੰ ਕਸਮ ਤੋੜਨ ਦੇ ਪਾਪ ਤੋਂ ਇੱਕ ਵਾਰ ਫੇਰ ਮੁਕਤ ਕਰਦੀ ਹੈ। ਇਸ ਤੇ ਮਰਮਰੀ ਬਾਵਾ ਉੱਠ ਖੜਾ ਹੋਇਆ ਤੇ ਕਹਿਣ ਲੱਗਾ, ਇਹ ਮਹਾਨ ਸਭਾ ਇਹ ਕਹਿੰਦੀ ਹੈ ਕਿ ਇਹ ਮੇਰੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹੈ ਤੇ ਹੋ ਕੇ ਹੀ ਰਹੇਗਾ। ਜੋ ਇੰਨਾ ਅਟੱਲ ਹੈ ਉਹ ਹੋ ਕੇ ਹੀ ਰਹਿਣਾ ਹੈ। ਪਰ ਜਿੱਥੋਂ ਤੱਕ ਮੇਰੇ ਲਈ ਸੰਭਵ ਹੈ ਮੈਂ ਅਜਿਹਾ ਹੋਣ ਨਹੀਂ ਦਿਆਂਗਾ। ਤੇ ਫਿਰ ਵੀ ਜੇ ਵਾਪਰਨਾ ਹੀ ਹੈ ਤਾਂ ਵਾਪਰ ਜਾਏ। ਬਿਲਕੁਲ ਠੀਕ, ਤੁਸੀਂ ਇਹਨੂੰ ਟਾਲਣ ਦਾ ਕਿੰਨਾ ਵੀ ਯਤਨ ਕਰ ਲਓ ਪਰ ਇਹ ਅਜਿਹਾ ਹੋ ਕੇ ਹੀ ਰਹੇਗਾ। ਇਹ ਧੁਰੋਂ ਲਿਖਿਆ ਹੈ। ਬਹੁਤ ਅੱਛਾ, ਫਿਰ ਮੈਨੂੰ ਪਹਿਲਾਂ ਟਾਲਣ ਦਾ ਯਤਨ ਹੀ ਕਰ ਲੈਣ ਦਿਓ, ਮਰਮਰੀ ਬਾਵੇ ਨੇ ਕਿਹਾ। ਇਹ ਕਹਿੰਦਿਆਂ ਹੀ ਮਰਮਰੀ ਬਾਵਾ ਉੱਥੋਂ ਦੌੜ ਪਿਆ ਤੇ ਉਹਦੇ ਮਗਰ ਹੀ ਦੁੱਖ ਦਰਦ ਨਾਲ ਭੰਨੀ ਤੇ ਪਾਗਲ ਹੋਈ ਪਾਰਵਤੀ ਦੌੜ ਪਈ। ਮਰਮਰੀ ਬਾਵੇ ਨੇ ਗੰਗਾ 'ਚ ਜਾ ਛਾਲ ਮਾਰੀ, ਉਹਦੇ ਪਿੱਛੇ ਪਾਰਵਤੀ ਵੀ ਪਾਣੀ ਵਿੱਚ ਕੁੱਦ ਪਈ। ਜਦੋਂ ਇਹਨਾਂ ਭਾਰੀ ਭਰਕਮ ਸੰਤਾਂ ਦਾ ਗਰੋਹ ਕੁਝ ਸਮੇਂ ਬਾਅਦ ਉੱਥੇ ਪੁੱਜਾ ਤਾਂ ਉਹਨਾਂ ਸਿਰਫ 2 ਛੱਲਾਂ ਉੱਠਦੀਆਂ ਦੇਖੀਆਂ। ਉਹਨਾਂ ਦੋਹਾਂ ਨੂੰ ਗੰਗਾ ਨੇ ਆਪਣੀਆਂ ਲਹਿਰਾਂ 'ਚ ਸਮੇਟ ਲਿਆ ਸੀ। ਭਾਗ ਚੌਥਾ। ਉਹਨਾਂ ਸੰਤਾਂ ਨੇ ਸਿਰ ਤੋੜ ਯਤਨ ਕਰਕੇ ਉਹਨਾਂ ਦੀ ਭਾਲ ਕੀਤੀ ਤੇ ਅੰਤ ਲਹਿੰਦੇ ਵੱਲ ਕੋਈ 2 ਮੀਲ ਦੇ ਫਾਸਲੇ ਤੇ ਉਹਨਾਂ ਦੀਆਂ ਲਾਸ਼ਾਂ ਮਿਲੀਆਂ। ਉਹਨਾਂ ਦੇਖਿਆ ਕਿ ਮਰਮਰੀ ਬਾਵਾ ਤੇ ਪਾਰਵਤੀ ਇੱਕ ਪਿਆਰੀ ਗਲਵੱਕੜੀ ਵਿੱਚ ਸਨ। ਉਹ ਪੱਥਰ ਦੇ ਬਾਵੇ ਦੇ ਠੰਡੇ ਬੁੱਲ ਅੰਮ੍ਰਿਤਸਰ ਦੀ ਮਿੱਟੀ ਦੀ ਔਰਤ ਦੇ ਤਪਦੇ ਬੁੱਲਾਂ ਨਾਲ ਜੁੜੇ ਹੋਏ ਸਨ। ਜਿਵੇਂ ਗੰਗਾ ਦੇ ਪਾਣੀਆਂ ਨੇ ਮਰਮਰੀ ਬਾਵੇ ਦੀ ਔਰਤ ਤੋਂ ਦੂਰ ਰਹਿਣ ਦੀ ਸਹੁੰ ਨੂੰ ਧੋ ਦਿੱਤਾ ਹੋਵੇ, ਉਹਨਾਂ ਦੀ ਮੌਤ ਵਿੱਚ ਪਾਈ ਮਿੱਠੀ ਗਲਵੱਕੜੀ ਸਦੀਵੀ ਬਣ ਗਈ ਸੀ। ਧੰਨਵਾਦ।